Welcome back to channel Ben. I hope you guys absolutely fine. Transfer of Property Act Section 3rd Interpretation Clause. ਚੈਪਟਰ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਨੇ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਤੋਂ ਸਾਨੂੰ ਨਵੀਆਂ ਵੀਡੀਓ ਬਣਾਉਣ ਦੇ ਵਿੱਚ ਪ੍ਰੇਰਨਾ ਮਿਲੇਗੀ। ਸੈਕਸ਼ਨ 3rd ਇਮੂਵੇਬਲ ਪ੍ਰੋਪਰਟੀ, ਠੀਕ ਹੈ। ਇਸ ਦੇ ਵਿੱਚ ਜੇਕਰ ਆਪਾਂ ਸਿੱਧੇ ਤੌਰ 'ਤੇ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਸੈਕਸ਼ਨ 3rd ਦੇ ਵਿੱਚ ਇਮੂਵੇਬਲ ਪ੍ਰੋਪਰਟੀ ਦੀ ਡੈਫੀਨੇਸ਼ਨ ਬਾਰੇ ਦੱਸਿਆ ਹੈ। ਜਰਨਲ ਇਮੂਵੇਬਲ ਪ੍ਰੋਪਰਟੀ ਸ਼ਬਦ ਦੀ ਡੈਫੀਨੇਸ਼ਨ 3 ਵੱਖ-ਵੱਖ ਐਕਟਾਂ ਦੇ ਵਿੱਚ ਦਿੱਤੀ ਹੈ, ਠੀਕ ਹੈ। ਨੰਬਰ 1  'ਤੇ ਐਕਟ ਹੈਗਾ ਟਰਾਂਸਫਰ ਆਫ ਪ੍ਰੋਪਰਟੀ ਐਕਟ 1882, ਜਰਨਲ ਕਲਾਊਜ਼ ਐਕਟ 1897, ਇੰਡੀਅਨ ਰਜਿਸਟ੍ਰੇਸ਼ਨ ਐਕਟ 1908। ਜੇਕਰ ਆਪਾਂ ਟਰਾਂਸਫਰ ਆਫ ਪ੍ਰੋਪਰਟੀ ਐਕਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਟਰਾਂਸਫਰ ਆਫ ਪ੍ਰੋਪਰਟੀ ਐਕਟ ਇਸ ਸ਼ਬਦ ਦੀ ਨਾਵਾਚਕ, ਅਪੂਰਨ ਅਤੇ ਨੌਨ ਐਕਸਹੈਜਿਟਿਵ ਪਰਿਭਾਸ਼ਾ ਦਿੰਦਾ ਹੈ ਕਿ ਇਸ ਜਿਹੜਾ ਟਰਾਂਸਫਰ ਆਫ ਪ੍ਰੋਪਰਟੀ ਐਕਟ ਹੈ ਇਸ ਦੇ ਵਿੱਚ ਇਸ ਦੀ ਇਮੂਵੇਬਲ ਪ੍ਰੋਪਰਟੀ ਦੀ ਨਾਵਾਚਕ ਡੈਫੀਨੇਸ਼ਨ ਦਿੱਤੀ ਗਈ ਹੈ। ਐਕਟ ਦੇ ਸੈਕਸ਼ਨ ਵਿੱਚ 3 ਵਿੱਚ ਦਿੱਤੀ ਪਰਿਭਾਸ਼ਾ ਵਿੱਚ ਇਸ ਵਿੱਚ ਸਟੈਂਡਿੰਗ ਟਿੰਬਰ, ਗਰੋਇੰਗ ਕ੍ਰੌਪਸ ਅਤੇ ਗਰਾਸ ਸ਼ਾਮਲ ਨਹੀਂ ਹਨ। ਜਿਹੜੀ ਡੈਫੀਨੇਸ਼ਨ ਟਰਾਂਸਫਰ ਆਫ ਪ੍ਰੋਪਰਟੀ ਦੇ ਵਿੱਚ ਦਿੱਤੀ ਗਈ ਹੈ ਉਸ ਦੇ ਵਿੱਚ ਸਟੈਂਡਿੰਗ ਟਿੰਬਰ, ਗਰੋਇੰਗ ਕ੍ਰੌਪਸ ਅਤੇ ਗਰਾਸ ਸ਼ਾਮਲ ਨਹੀਂ ਹਨ। ਜਿਸ ਪ੍ਰਕਾਰ ਪਹਿਲਾਂ ਹੀ ਇਹ ਲਿਖਿਆ ਜਾ ਚੁੱਕਾ ਹੈ ਕਿ ਹਾਂ ਪੱਖੀ ਅਤੇ ਨਾ ਪੱਖੀ ਡੈਫੀਨੇਸ਼ਨ ਦਿੱਤੀ ਗਈ ਹੈ ਕਿ ਆਪਾਂ ਨੂੰ ਇਹਦੇ ਵਿੱਚ ਨਾ ਪੱਖੀ ਡੈਫੀਨੇਸ਼ਨ ਦਿੱਤੀ ਗਈ ਹੈ। ਇਸ ਡੈਫੀਨੇਸ਼ਨ ਤੋਂ ਪਤਾ ਅਸਲ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਜਿਹੜੀ ਅਚਲ ਸੰਪੱਤੀ ਹੈ, ਇਮੂਵੇਬਲ ਪ੍ਰੋਪਰਟੀ ਹੈ, ਉਹਦੇ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਲ ਹਨ। ਇਸ ਤੋਂ ਅਸੀਂ ਇੱਕ ਜਰਨਲ ਕਲਾਊਜ਼ ਐਕਟ ਬਾਰੇ ਅਧਿਐਨ ਕਰਾਂਗੇ ਕਿ ਇਸ ਦੇ ਵਿੱਚ ਇਮੂਵੇਬਲ ਪ੍ਰੋਪਰਟੀ ਦੇ ਬਾਰੇ ਕਿਸ ਪ੍ਰਕਾਰ ਡੈਫੀਨੇਸ਼ਨ ਦਿੱਤੀ ਗਈ ਹੈ। ਜਰਨਲ ਕਲਾਊਜ਼ ਐਕਟ ਜਦੋਂ ਕਿਸੇ ਸ਼ਬਦ ਦੀ ਡੈਫੀਨੇਸ਼ਨ ਕਿਸੇ ਵੀ ਸਾਧ ਤੋਂ ਪਤਾ ਨਾ ਲੱਗੇ ਤਾਂ ਅਸੀਂ ਜਰਨਲ ਕਲਾਊਜ਼ ਐਕਟ ਦੀ ਮਦਦ ਲੈਂਦੇ ਹਾਂ, ਠੀਕ ਹੈ। ਜਰਨਲ ਕਲਾਊਜ਼ ਐਕਟ 1897 ਅਨੁਸਾਰ ਇਮੂਵੇਬਲ ਪ੍ਰੋਪਰਟੀ ਸ਼ਬਦ ਹੇਠ ਲਿਖੇ ਚੀਜ਼ਾਂ ਸ਼ਾਮਲ ਹਨ। ਜਰਨਲ ਕਲਾਊਜ਼ ਐਕਟ ਕਹਿੰਦਾ ਹੈ ਕਿ ਹੇਠ ਲਿਖੀਆਂ ਜਿਹੜੀਆਂ 3 ਚੀਜ਼ਾਂ ਨੇ, ਠੀਕ ਹੈ, ਉਹਨਾਂ ਦੇ ਵਿੱਚ ਕੀ ਹੈ ਇਮੂਵੇਬਲ ਪ੍ਰੋਪਰਟੀ ਦੀ ਡੈਫੀਨੇਸ਼ਨ ਦਿੱਤੀ ਗਈ ਹੈ। ਨੰਬਰ 1 'ਤੇ ਲੈਂਡ, ਨੰਬਰ 2 'ਤੇ ਬੈਨੀਫਿਟਸ ਟੂ ਅਰਾਈਜ਼ ਆਊਟ ਆਫ ਲੈਂਡ, ਜਿਹੜੇ ਲੈਂਡ ਤੋਂ ਬੈਨੀਫਿਟ ਉਤਪੰਨ ਹੋਣਗੇ। ਨੰਬਰ 3rd 'ਤੇ ਆ ਗਿਆ ਥਿੰਗਸ ਅਟੈਚਡ ਟੂ ਅਰਥ, ਜਿਹੜੀਆਂ ਚੀਜ਼ਾਂ ਅਰਥ ਦੇ ਨਾਲ ਅਟੈਚ ਨੇ। ਜਿਹੜੀ ਇਹ ਡੈਫੀਨੇਸ਼ਨ ਦਿੱਤੀ ਗਈ ਇਹ ਹਾਂ ਪੱਖੀ ਤਾਂ ਹੈਗੀ ਹੈ, ਪਰੰਤੂ ਇਹ ਡੈਫੀਨੇਸ਼ਨ ਜਿਹੜੀ ਵਿਸਥਾਰ ਨਾਲ ਨਹੀਂ ਦਿੱਤੀ। ਇਸ ਕਰਕੇ ਆਪਾਂ ਰਜਿਸਟ੍ਰੇਸ਼ਨ ਐਕਟ ਪੜ੍ਹਦੇ ਹਾਂ। ਇੰਡੀਅਨ ਰਜਿਸਟ੍ਰੇਸ਼ਨ ਐਕਟ 1908 ਇਮੂਵੇਬਲ ਪ੍ਰੋਪਰਟੀ ਸ਼ਬਦ ਦੀ ਇੱਕ ਹੋਰ ਡੈਫੀਨੇਸ਼ਨ ਇੰਡੀਅਨ ਰਜਿਸਟ੍ਰੇਸ਼ਨ ਐਕਟ 1908 ਵਿੱਚ ਦਿੱਤੀ ਹੈ। ਇਸ ਐਕਟ ਦੇ ਅਨੁਸਾਰ ਸੈਕਸ਼ਨ 2(6) ਅਨੁਸਾਰ ਇਮੂਵੇਬਲ ਪ੍ਰੋਪਰਟੀ ਸ਼ਬਦ ਹੇਠ ਲਿਖੇ ਅਨੁਸਾਰ ਹੈ। ਰਜਿਸਟ੍ਰੇਸ਼ਨ ਐਕਟ ਦੇ ਵਿੱਚ ਵੀ ਇਹੀ 3 ਚੀਜ਼ਾਂ ਲਿਖੀਆਂ ਹੋਈਆਂ ਨੇ, ਲੈਂਡ, ਬੈਨੀਫਿਟ ਅਰਾਈਜ਼ ਟੂ ਲੈਂਡ, ਥਿੰਗਸ ਅਟੈਚਡ ਟੂ ਅਰਥ, ਥਿੰਗਸ ਫਸਟ ਟੂ ਦਾ ਵਿਚ ਇਜ਼ ਅਟੈਚਡ ਟੂ ਅਰਥ, ਠੀਕ ਹੈ। ਜਿਹੜੀਆਂ ਉੱਪਰ ਆਪਾਂ ਡੈਫੀਨੇਸ਼ਨਾਂ ਪੜ੍ਹ ਕੇ ਆਏ ਹਾਂ, ਠੀਕ ਹੈ, ਉਪਰੋਕਤ ਵੱਖ-ਵੱਖ ਪਰਿਭਾਸ਼ਾਵਾਂ ਵਿੱਚ ਦਰਜ ਸ਼ਬਦਾਂ ਦਾ ਵਿਸਥਾਰ ਵਰਣਨ ਹੇਠ ਲਿਖੇ ਅਨੁਸਾਰ ਆਪਾਂ ਕਰਾਂਗੇ। ਹੁਣ ਨੰਬਰ 1 'ਤੇ ਆ ਗਿਆ ਸਟੈਂਡਿੰਗ ਟਿੰਬਰ। ਸਟੈਂਡਿੰਗ ਟਿੰਬਰ ਤੋਂ ਮਤਲਬ ਇਹ ਹੈ ਕਿ ਅਜਿਹੇ ਰੁੱਖ ਹਨ ਜਿਨ੍ਹਾਂ ਦੀ ਲੱਕੜੀ, ਫਰਨੀਚਰ ਆਦਿ ਬਣਾਉਣ ਅਤੇ ਇਮਾਰਤੀ ਕੰਮਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਵਿੱਚ ਬਬੂਲ, ਸ਼ੇਸ਼ਮ, ਨੀਮ, ਪੀਪਲ, ਬਨਿਆਨ, ਟੀਕ, ਬੰਬੂ ਐਕਸਟਰਾ, ਇਹ ਸਾਰੇ ਰੁੱਖ ਕੀ ਨੇ ਸ਼ਾਮਲ ਨੇ ਜਿਨ੍ਹਾਂ ਤੋਂ ਲੱਕੜ ਪ੍ਰਾਪਤ ਕੀਤੀ ਜਾਂਦੀ ਹੈ ਸਟੈਂਡਿੰਗ ਟਿੰਬਰ ਦੇ ਵਿੱਚ। ਪਰੰਤੂ ਜਿਹੜੇ ਰੁੱਖ ਉਹ ਨੇ ਜਿਹੜੇ ਫਲ ਦਿੰਦੇ ਨੇ। ਇਸ ਸ਼ਬਦ ਦੀ ਡੈਫੀਨੇਸ਼ਨ
नहीं दिती। तो इस दे विच अपने लवे एक केस ला आउंदा है, फातिमा बीबी वर्सज अरफाना बेगम AIR 1980। ठीक है, कई रुख अजिहे हुंदे हन जो फल भी दिंदे हन, ਲੱਕੜ भी दिंदे हन, ਤੇ ਉਹਨਾਂ ਦੀ ਵਰਤੋਂ ਦੋਨਾਂ ਦੇ ਵਿੱਚ ਕੀਤੀ ਜਾਂਦੀ ਹੈ। ਉਦਾਹਰਨ ਦੇ ਤੌਰ 'ਤੇ ਅੰਬ ਦਾ ਜਿਹੜਾ ਰੁੱਖ ਹੈ, ਠੀਕ ਹੈ, ਅਜਿਹੇ ਰੁੱਖਾਂ ਨੂੰ ਮਾਲਕ ਦੀ ਇੰਟੈਂਸ਼ਨ ਚੱਲ ਅਤੇ ਅਚਲ ਸੰਪत्ति ਦੋਹਾਂ ਵਿੱਚ ਗਿਣਿਆ ਜਾਵੇਗਾ। ਇਸ ਦਾ ਮਤਲਬ ਇਹ ਹੈ ਕਿ ਕੋਈ ਵੀ ਰੁੱਖ ਹੈ ਉਹ ਫਲ ਵੀ ਦਿੰਦਾ, ਲੱਕੜ ਵੀ ਦਿੰਦਾ, ਤਾਂ ਉੱਥੇ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਸਟੈਂਡਿੰਗ ਟਿੰਬਰ ਹੈਗਾ ਕਿ ਨਾ? ਤਾਂ ਉੱਥੋਂ ਸਾਨੂੰ ਇਹ ਪਤਾ ਲੱਗੂਗਾ ਕਿ ਜਦੋਂ ਉਹ ਰੁੱਖ ਕਿਸੇ ਨੇ ਸ਼ੁਰੂ ਕੀਤਾ ਸੀ, ਮਤਲਬ ਜਦੋਂ ਕਿਸੇ ਨੇ ਛੋਟਾ ਪੌਦਾ ਲਗਾਇਆ ਸੀ, ਉਹਦੀ ਇੰਟੈਂਸ਼ਨ ਦੇਖੀ ਜਾਊਗੀ ਕਿ ਉਸਨੇ ਲੱਕੜ ਵਾਸਤੇ ਲਗਾਇਆ ਸੀ ਕਿ ਫਲ ਵਾਸਤੇ ਲਗਾਇਆ ਸੀਗਾ। ਠੀਕ ਹੈ, ਅੱਗੇ ਆ ਗਿਆ ਲੈਂਡ। ਲੈਂਡ ਸ਼ਬਦ ਤੋਂ ਤੁਹਾਡਾ ਮਤਲਬ ਨੰਬਰ 1 ਤੇ ਆ ਗਿਆ ਸਰਫੇਸ ਆਫ ਅਰਥ, ਕਿ ਆਪਾਂ ਨੇ ਕੋਈ ਵੀ ਆਪਾਂ ਲੈਂਡ ਖਰੀਦਦੇ ਆ ਉਹਦੀ ਮੇਨ ਜਗ੍ਹਾ ਹੁੰਦੀ ਹੈ, ਜਿਵੇਂ 1 ਏਕੜ 2 ਏਕੜ। ਨੰਬਰ 1 ਤਾਂ ਇਹ ਹੋ ਗਈ। ਨੰਬਰ 2 ਦੇ ਉੱਤੇ ਹੋ ਗਈ ਹਰ ਉਹ ਵਸਤੂ ਜੋ ਇਸ ਸਰਫੇਸ ਉੱਤੇ ਹੈ, ਜਿਸ ਨਾਲ ਝੀਲ, ਛੱਪੜ ਆਦਿ ਵਗੈਰਾ ਬਣਾਏ ਹਨ, ਕਿ ਉਸ ਲੈਂਡ ਦੇ ਉੱਤੇ ਜਿੰਨੀਆਂ ਵੀ ਝੀਲਾਂ ਨੇ, ਛੱਪੜ ਨੇ, ਸਾਰੀਆਂ ਚੀਜ਼ਾਂ ਉਹ ਲੈਂਡ ਦੇ ਵਿੱਚ ਕਵਰ ਹੁੰਦੀਆਂ ਨੇ। ਹਰ ਉਹ ਚੀਜ਼ ਜੋ ਸਰਫੇਸ ਦੇ ਹੇਠਾਂ ਹੈ, ਮਤਲਬ ਕੋਈ ਵੀ ਲੈਂਡ ਖਰੀਦੀ ਹੈ ਉਸ ਦੇ ਹੇਠਾਂ ਖਣਿਜ ਹੈ, ਜ਼ਮੀਨ ਦੇ ਹੇਠਾਂ ਕੋਈ ਵੀ ਪਾਣੀ ਹੈ, ਉਹ ਸਾਰੀਆਂ ਚੀਜ਼ਾਂ। ਨੰਬਰ 4 ਦੇ ਉੱਤੇ ਆ ਗਿਆ ਹਰ ਉਹ ਚੀਜ਼ ਜੋ ਲੈਂਡ ਦੇ ਉੱਪਰ ਹੈ। ਇਸ ਵਿੱਚ ਸਪੇਸ ਵੀ ਸ਼ਾਮਲ ਹੈ, ਮਤਲਬ ਇਸ ਦੇ ਵਿੱਚ ਆਸਮਾਨ ਵੀ ਸ਼ਾਮਲ ਹੈ। ਹਾਲਾਂਕਿ ਇਸ ਨੂੰ ਸੈਕਸ਼ਨ 6 ਅਧੀਨ ਟਰਾਂਸਫਰ ਆਫ ਪ੍ਰੋਪਰਟੀ ਦੇ ਤੌਰ 'ਤੇ ਗਿਣਿਆ ਨਹੀਂ ਜਾਂਦਾ। ਉਸ ਤੋਂ ਅੱਗੇ ਆ ਗਿਆ ਬੈਨੀਫਿਟ ਅਰਾਈਜ਼ਿੰਗ ਆਊਟ ਆਫ ਲੈਂਡ। ਇਸ ਵਿੱਚ ਜਾਇਦਾਦ ਤੋਂ ਪ੍ਰਾਪਤ ਹੋਣ ਵਾਲੇ ਲਾਭ ਸ਼ਾਮਲ ਹਨ। ਰਜਿਸਟ੍ਰੇਸ਼ਨ ਐਕਟ ਵਿੱਚ ਇਹਨਾਂ ਲਾਭਾਂ ਨੂੰ ਹੇਠ ਲਿਖੇ ਅਨੁਸਾਰ ਦਰਜ ਕੀਤਾ ਹੈ ਕਿ ਲੈਂਡ ਤੋਂ ਕੋਈ ਵੀ ਆਪਾਂ ਨੂੰ ਜਿਹੜੇ ਲਾਭ ਪ੍ਰਾਪਤ ਹੁੰਦੇ ਨੇ। ਨੰਬਰ 1 ਤਾਂ ਰਾਈਟ ਆਫ ਵੇ, ਰਾਈਟ ਆਫ ਲਾਈਟ, ਰਾਈਟ ਆਫ ਫੈਰੀਜ਼, ਰਾਈਟ ਆਫ ਫਿਸ਼ਰ, ਹੈਰੀਡੇਟਰੀ ਅਲਾਊਂਸ, ਰੈਂਟ, ਕਿ ਕੋਈ ਵੀ ਆਪਾਂ ਉਹ ਤੋਂ ਰਸਤਾ ਬਣਦਾ ਹੈ, ਕੋਈ ਉਹ ਤੋਂ ਬਿਜਲੀ ਪੈਦਾ ਹੁੰਦੀ ਹੈ, ਕੋਈ ਉਹ ਤੋਂ ਵੀ ਆਪਾਂ ਨੂੰ ਫਿਸ਼ ਮਿਲਦੀਆਂ ਨੇ, ਕੋਈ ਉਹ ਤੋਂ ਰੈਂਟ ਦਿੱਤਾ ਜਾਂਦਾ ਹੈ। ਜਿੰਨਾ ਵੀ ਚੀਜ਼ ਹੈ ਉਹ ਸਾਰੇ ਕੀ ਨੇ, ਆਪਣਾ ਬੈਨੀਫਿਟ ਦੇ ਵਿੱਚ ਆਉਣਗੇ। ਥਿੰਗਸ ਅਟੈਚ ਟੂ ਅਰਥ, ਟਰਾਂਸਫਰ ਆਫ ਪ੍ਰੋਪਰਟੀ ਐਕਟ ਵਿੱਚ ਦਿੱਤੀ ਪਰਿਭਾਸ਼ਾ ਅਨੁਸਾਰ ਇਸ ਵਿੱਚ ਹੇਠ ਲਿਖੇ ਸ਼ਾਮਲ ਕੀਤੇ ਗਏ ਹਨ। ਥਿੰਗਸ ਰੂਟਡ ਟੂ ਦਾ ਅਰਥ, ਉਹ ਵਸਤਾਂ ਜਿਨ੍ਹਾਂ ਦੀ ਜੜ੍ਹਾਂ ਵਿੱਚ ਹਨ, ਮਤਲਬ ਜਿਸ ਪ੍ਰਕਾਰ ਕੀ ਰੁੱਖ ਅਤੇ ਝਾੜੀਆਂ ਆਦਿ। ਇਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਨੰਬਰ 1 ਦੇ ਉੱਤੇ ਕਿ ਜਿਹੜੀਆਂ ਰੁੱਖ ਨੇ ਜਿੰਨੇ ਵੀ, ਉਹਦੀਆਂ ਜਿਹੜੀਆਂ ਜੜ੍ਹਾਂ ਨੇ, ਨੰਬਰ 1 ਤਾਂ ਉਹ ਕੀ ਨੇ, ਨੀਚੇ ਸ਼ਾਮਲ ਨੇ ਉਹਦੇ। ਠੀਕ ਹੈ, ਨੰਬਰ 2 ਦੇ ਅੱਗੇ ਆ ਗਿਆ ਥਿੰਗਸ ਐਮਬੈਡਡ ਇਨ ਦਾ ਅਰਥ। ਨੰਬਰ 2 ਤੇ ਆ ਗਿਆ ਥਿੰਗਸ ਐਮਬੈਡਡ ਇਨ ਦਾ ਅਰਥ, ਮਤਲਬ ਜਿਹੜੀਆਂ ਚੀਜ਼ਾਂ ਜ਼ਮੀਨ ਦੇ ਵਿੱਚ ਗੱਡੀਆਂ ਨੇ, ਜਿਵੇਂ ਮਕਾਨ ਦੀਆਂ ਕੰਧਾਂ ਹੋ ਗਈਆਂ, ਮਕਾਨ ਹੋ ਗਿਆ। ਨੰਬਰ 3 ਤੇ ਉੱਤੇ ਆ ਗਿਆ ਅਜਿਹੀਆਂ ਵਸਤਾਂ ਜੋ ਇਸ ਵਿੱਚ ਦੱਬੀ ਹੋਈ ਚੀਜ਼ ਨਾਲ ਜੁੜੀਆਂ ਹੋਣ। ਇਹਨਾਂ ਵਸਤਾਂ ਨੂੰ 2 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਜੋ ਦੱਬੀ ਹੋਈ ਚੀਜ਼ ਲਾਭਦਾਇਕ ਵਰਤੋਂ ਵਾਸਤੇ ਗੱਡੀ, ਉਦਾਹਰਨ ਦੇ ਤੌਰ 'ਤੇ ਮਕਾਨ ਦੇ ਖਿੜਕੀਆਂ, ਰੋਸ਼ਨਦਾਨ, ਪੱਖੇ, ਇਹ ਆ ਚੀਜ਼ਾਂ, ਇਹ ਵਸਤਾਂ ਮਕਾਨ ਦੀ ਲਾਭਦਾਇਕ ਵਰਤੋਂ ਵਾਸਤੇ ਗੱਡੀਆਂ ਗਈਆਂ ਹਨ। ਉਹ ਵਸਤਾਂ ਜੋ ਜੋੜੀ ਜਾਣ ਵਾਲੀ ਵਸਤੂ ਦੀ ਲਾਭਦਾਇਕ ਵਰਤੋਂ ਵਾਸਤੇ ਜੋੜੀਆਂ ਗਈਆਂ ਹੋਣ, ਉਦਾਹਰਨ ਦੇ ਤੌਰ 'ਤੇ ਬਿਜਲੀ ਦੇ ਬੱਲਬ। ਇਸ ਸੰਬੰਧੀ ਇੱਕ ਹੋਰ ਵਰਣਨਯੋਗ ਗੱਲ ਇਹ ਹੈ ਕਿ ਜੇਕਰ ਜ਼ਮੀਨ ਵਿੱਚ ਦੱਬੀ ਵਸਤੂ ਨੂੰ ਪੱਕੇ ਤੌਰ 'ਤੇ ਜ਼ਮੀਨ ਵਿੱਚ ਫਿਕਸ ਕਰਨ ਦੇ ਮਹੱਤਵ ਨਾਲ ਦੱਬਿਆ ਗਿਆ ਹੈ ਤਾਂ ਇਹ ਅਚਲ ਸੰਪत्ति ਹੈ, ਇਮੂਵੇਬਲ ਪ੍ਰਾਪਰਟੀ ਹੈ। ਜ਼ਮੀਨ ਵਿੱਚ ਨੀਹਾਂ ਪਾ ਕੇ ਮਕਾਨ ਬਣਾਉਣਾ ਇਸ ਦੀ ਉਦਾਹਰਨ ਹੈ। ਪਰੰਤੂ ਦੂਜੇ ਪਾਸੇ ਜੇਕਰ ਮਾਲਕ ਦੀ ਇੱਛਾ ਇਹਨਾਂ ਨੂੰ ਪੱਕੇ ਤੌਰ 'ਤੇ ਜ਼ਮੀਨ ਦਾ ਹਿੱਸਾ ਬਣਾਉਣ ਦੀ ਨਹੀਂ ਹੈ ਤਾਂ ਅਜਿਹੀਆਂ ਵਸਤਾਂ ਨੂੰ ਅਚਲ ਸੰਪत्ति ਵਿੱਚ ਨਹੀਂ ਗਿਣਿਆ ਜਾ ਸਕਦਾ। ਉਦਾਹਰਨ ਦੇ ਤੌਰ 'ਤੇ ਨੈਟ ਬੋਲਟ ਆਦਿ ਨਾਲ ਜ਼ਮੀਨ ਵਿੱਚ ਫਿੱਟ ਕੀਤੀ ਗਈ ਮਸ਼ੀਨਰੀ, ਧਰਤੀ ਉੱਪਰ ਖੜਾ ਰੋਡ ਰੂਲਰ ਜੋ ਜ਼ਮੀਨ ਵਿੱਚ ਦੱਬਿਆ ਗਿਆ ਹੈ ਆਦਿ ਨੂੰ ਅਚਲ ਸੰਪत्ति ਵਿੱਚ ਨਹੀਂ ਗਿਣਿਆ ਜਾ ਸਕਦਾ, ਕਿਉਂਕਿ ਮਾਲਕ ਦੀ ਇੱਛਾ ਅਜਿਹੀਆਂ ਵਸਤਾਂ ਨੂੰ ਪੱਕੇ ਤੌਰ 'ਤੇ ਜ਼ਮੀਨ ਦਾ ਹਿੱਸਾ ਬਣਾਉਣ ਦੀ ਨਹੀਂ ਹੁੰਦੀ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਤਾਂ ਇਸ ਨੂੰ ਲਾਈਕ ਕਰੋ। ਜੇਕਰ ਤੁਸੀਂ ਨੇ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ।
and thank you again watching this video.